हाँ जी, बहुत ही प्यारे बच्चों, ਆਪਾਂ ਹੁਣ ਤੁਹਾਡੇ ਨਾਲ ਸਾਂਝਾ ਕਰਾਂਗੇ ਮੜੀਆਂ ਤੋਂ ਦੂਰ ਕਹਾਣੀ ਦਾ ਸਾਰ, ਜੋ ਕਿ 10ਵੀਂ ਜਮਾਤ ਦੀ ਕਹਾਣੀ ਹੈ ਵੰਨਗੀ ਪੁਸਤਕ ਦੀ, ਤੇ ਉਹਨਾਂ ਦੇ ਲੇਖਕ ਦਾ ਨਾਂ ਹੈ, ਕਹਾਣੀਕਾਰ ਦਾ ਨਾਂ ਹੈ ਰਘੁਬੀਰ ਢੰਡ। ਤੇ ਆਪਾਂ ਸ਼ੁਰੂ ਕਰਦੇ ਹਾਂ ਬੱਚੋ ਸਾਰ। ਮੜੀਆਂ ਤੋਂ ਦੂਰ ਕਹਾਣੀ ਰਘੁਬੀਰ ਢੰਡ ਜੀ ਦੁਆਰਾ ਲਿਖੀ ਹੋਈ ਹੈ। ਇਸ ਵਿੱਚ ਲੇਖਕ ਨੇ ਉਹਨਾਂ ਪੰਜਾਬੀਆਂ ਦੀ ਦਰਦਨਾਕ ਹਾਲਤ ਦਾ ਬਿਆਨ ਕੀਤਾ ਹੈ ਜਿਹੜੇ ਰੋਟੀ ਰੋਜ਼ੀ ਖਾਤਰ ਇੰਗਲੈਂਡ ਜਾ ਕੇ ਵਸ ਗਏ ਹਨ ਤੇ ਮੁੜ ਕੇ ਨਹੀਂ ਆਏ। ਉਹ ਪੰਜਾਬੀ ਪੰਜਾਬ ਦੀ ਧਰਤੀ ਤੋਂ ਟੁੱਟ ਗਏ ਹਨ। ਉਹ ਆਪਣੇ ਸੱਭਿਆਚਾਰ ਨੂੰ ਭੁੱਲ ਕੇ ਕੰਮਕਾਜ ਵਿੱਚ ਇੰਨੇ ਰੁੱਝ ਗਏ ਹਨ ਕਿ ਉਹਨਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਵਿਹਲ ਨਹੀਂ ਹੈ ਅਤੇ ਨਾ ਹੀ ਪਰਿਵਾਰਕ ਜ਼ਿੰਮੇਵਾਰੀਆਂ ਨੂੰ। ਸੋ ਬੱਚਿਓ, ਇਹ ਸੀ ਆਪਾਂ ਸਭ ਤੋਂ ਪਹਿਲਾਂ ਸਾਰ ਲਿਖਣ ਵੇਲੇ ਆਪਾਂ ਭੂਮਿਕਾ ਬੰਨਣੀ ਹੁੰਦੀ ਹੈ, ਜੋ ਇਸ ਤਰ੍ਹਾਂ ਦੀ ਸੀਗੀ ਵੀ ਇਹ ਮੜੀਆਂ ਤੋਂ ਦੂਰ ਮਤਲਬ ਆਪਣੇ ਵਤਨਾਂ ਤੋਂ ਦੂਰ ਦੀ ਕਹਾਣੀ ਹੈ, ਇੰਗਲੈਂਡ ਦੀ। ਬਲਵੰਤ ਰਾਏ ਇੰਗਲੈਂਡ ਜਾ ਕੇ ਵਸ ਗਿਆ ਸੀ। ਇੱਕ ਵਾਰ ਜਦੋਂ ਭਾਰਤ ਆਇਆ ਤਾਂ ਉਸਦੀ ਮਾਂ ਨੇ ਇੱਛਾ ਪ੍ਰਗਟ ਕੀਤੀ ਕਿ ਉਹ ਉਸ ਨੂੰ ਵੀ ਇੰਗਲੈਂਡ ਲੈ ਕੇ ਚੱਲੇ। ਬਲਵੰਤ ਰਾਏ ਆਪਣੀ ਮਾਂ ਨੂੰ ਇੰਗਲੈਂਡ ਲੈ ਆਇਆ। ਇੰਗਲੈਂਡ ਆ ਕੇ ਉਸਦੀ ਮਾਂ ਇੱਕ ਦਿਨ ਲੇਖਕ ਤੇ ਉਸਦੀ ਪਤਨੀ ਨੂੰ ਮਿਲੀ। ਗੱਲਾਂ ਗੱਲਾਂ ਵਿੱਚ ਹੀ ਉਹ ਲੇਖਕ ਦੀ ਪਤਨੀ ਦੇ ਇਲਾਕੇ ਦੀ ਨਿਕਲ ਆਈ। ਇਸ ਤਰ੍ਹਾਂ ਉਸਦੀ ਮਾਸੀ ਬਣ ਗਈ। ਮਾਸੀ ਨੂੰ ਇੰਗਲੈਂਡ ਬਹੁਤ ਚੰਗਾ ਲੱਗਾ। ਉੱਥੋਂ ਦੀ ਸਫਾਈ ਵੇਖ ਕੇ ਉਸਨੂੰ ਉਹ ਥਾਂ ਸਵਰਗ ਜਾਪੀ। ਉਹ ਇੰਡੀਆ ਦੇ ਮੁਕਾਬਲੇ ਇੰਗਲੈਂਡ ਨੂੰ ਬਹੁਤ ਚੰਗਾ ਮੰਨਣ ਲੱਗੀ। ਉਸਨੇ ਇੱਛਾ ਪ੍ਰਗਟ ਕੀਤੀ ਕਿ ਬਲਵੰਤ ਰਾਏ ਆਪਣੇ ਬਾਪ ਨੂੰ ਵੀ ਇੱਥੇ ਲੈ ਆਵੇ। ਕੁਝ ਹੀ ਦਿਨਾਂ ਵਿੱਚ ਮਾਸੀ ਦਾ ਲੇਖਕ ਤੇ ਉਸਦੀ ਪਤਨੀ ਨਾਲ ਕਾਫੀ ਪਿਆਰ ਪੈ ਗਿਆ। ਇੱਕ ਦਿਨ ਮਾਸੀ ਨੇ ਗੁਰਦੁਆਰੇ ਜਾ ਕੇ ਲੰਗਰ ਪਕਾਇਆ ਤੇ ਮੰਦਰ ਜਾ ਕੇ ਭਜਨ ਗਾਏ। ਇਸ ਤੇ ਦੋਹਾਂ ਸੰਸਥਾਵਾਂ ਦੇ ਪ੍ਰਧਾਨ ਵੀ ਕਾਫੀ ਪ੍ਰਭਾਵਿਤ ਹੋਏ। ਮਾਸੀ ਦਾ ਪੁੱਤਰ ਬਲਵੰਤ ਰਾਏ ਤੇ ਨੂੰਹ ਬਿੰਦੂ ਸਵੇਰੇ ਹੀ ਕੰਮ ਤੇ ਚਲੇ ਜਾਂਦੇ ਤੇ ਕਾਫੀ ਰਾਤ ਨੂੰ ਘਰ ਆਉਂਦੇ। ਬੱਚੇ ਵੀ ਆਪੋ ਆਪਣੇ ਸਕੂਲ ਚਲੇ ਜਾਂਦੇ ਤੇ ਮਾਸੀ ਘਰ ਵਿੱਚ ਇਕੱਲੀ ਰਹਿ ਜਾਂਦੀ। ਪੱਛਮੀ ਸੱਭਿਅਤਾ ਵਿੱਚ ਢਲੇ ਹੋਣ ਕਾਰਨ ਇਹ ਪਰਿਵਾਰ ਮਾਸਾਹਾਰੀ ਸੀ। ਮਾਸੀ ਤਾਂ ਸ਼ਾਕਾਹਾਰੀ ਹੀ ਸੀ, ਇਸ ਲਈ ਉਹ ਭੋਜਨ ਨੂੰ ਨਫ਼ਰਤ ਕਰਦੀ ਸੀ ਜੋ ਉਹ ਪਕਾਉਂਦੇ ਸਨ। ਉਸ ਦੇ ਨੂੰਹ ਪੁੱਤ ਨੇ ਮਾਂ ਕੋਲ ਬੈਠ ਕੇ ਕਦੇ ਵੀ ਦੁੱਖ ਸੁੱਖ ਦੀ ਗੱਲ ਨਹੀਂ ਸੀ ਕੀਤੀ। ਨੂੰਹ ਨੇ ਕਦੇ ਆਪਣੀ ਸੱਸ ਦੇ ਪੈਰਾਂ ਨੂੰ ਹੱਥ ਨਹੀਂ ਸੀ ਲਾਇਆ, ਨਮਸਕਾਰ ਨਹੀਂ ਸੀ ਮਤਲਬ ਕੀਤੀ। ਥੋੜੇ ਹੀ ਸਮੇਂ ਵਿੱਚ ਮਾਸੀ ਉਦਾਸ ਹੋ ਗਈ ਤੇ ਉਸਨੇ ਟੈਲੀਫੋਨ ਤੇ ਲੇਖਕ ਨੂੰ ਬੁਲਾ ਲਿਆ ਕਿ ਬਲਵੰਤ ਰਾਏ ਨੂੰ ਕਹਿ ਕਿ ਉਸ ਨੂੰ ਇੰਡੀਆ ਭੇਜ ਦੇਵੇ। ਇੱਥੇ ਤਾਂ ਨੂੰਹ ਪੁੱਤ ਪੋਤੀਆਂ ਤੇ ਪੋਤਾ ਉਸ ਦੇ ਨਾਲ ਕੋਈ ਨਹੀਂ ਅਪਣੱਤ ਦਿਖਾਉਂਦੇ। ਉਹ ਇਸ ਅਪਣੱਤਹੀਣ ਵਾਤਾਵਰਨ ਵਿੱਚ ਨਹੀਂ ਸੀ ਰਹਿ ਸਕਦੀ। ਇੱਥੇ ਤਾਂ ਮੜੀਆਂ ਵਰਗੀ ਇਕੱਲ ਹੈ। ਜੇ ਉਹ ਇੱਥੋਂ ਛੇਤੀ ਨਾ ਗਈ ਤਾਂ ਉਹ ਇਕੱਲ ਉਸ ਨੂੰ ਨਿਗਲ ਜਾਵੇਗੀ। ਸੋ ਬੱਚਿਓ, ਇਹ ਸਾਰ ਸੀ। ਵੈਸੇ ਆਪਾਂ ਪੂਰੀ ਦੀ ਪੂਰੀ ਕਹਾਣੀ ਹੈ ਜੋ ਪਹਿਲਾਂ ਹੀ ਅਪਲੋਡ ਕੀਤੀ ਹੋਈ ਹੈ ਤੇ ਤੁਸੀਂ ਉਸ ਨੂੰ ਧਿਆਨ ਨਾਲ ਸੁਣ ਲਵੋ ਤੇ ਉਸ ਨੂੰ ਸੁਣ ਕੇ ਤੁਸੀਂ ਆਪਣੇ ਅਨੁਸਾਰ ਵੀ ਸਾਰ ਨੂੰ ਲਿਖ ਸਕਦੇ ਹੋ। ਤੇ ਹੁਣ ਆਪਾਂ ਇਸ ਦੇ ਨਾਲ ਸੰਬੰਧਿਤ ਤੁਹਾਡੇ ਲਈ ਪ੍ਰਸ਼ਨ ਉੱਤਰ ਲੈ ਕੇ ਆਵਾਂਗੇ। ਪਹਿਲਾ ਪ੍ਰਸ਼ਨ ਤਾਂ ਇਹੀ ਹੁੰਦਾ ਵੀ ਕਹਾਣੀ ਦਾ ਸਾਰ ਲਿਖੋ, ਤੇ ਦੂਸਰਾ ਪ੍ਰਸ਼ਨ ਹੈ ਵਿਦੇਸ਼ੋਂ ਮਤਲਬ ਇੰਗਲੈਂਡ ਤੋਂ ਆਏ ਬਲਵੰਤ ਨੂੰ ਉਸ ਦੀ ਮਾਂ ਕੀ ਕਹਿੰਦੀ ਹੈ। ਬਲਵੰਤ ਰਾਏ ਨੂੰ ਇੰਡੀਆ ਤੋਂ ਗਿਆ 25 ਸਾਲ ਹੋ ਗਏ ਸਨ। ਜਦੋਂ ਉਹ ਉੱਥੋਂ ਵਾਪਸ ਮਿਲਣ ਲਈ ਆਇਆ ਤਾਂ ਉਸਦੀ ਮਾਂ ਨੇ ਕਿਹਾ ਕਿ ਤੈਨੂੰ ਵਿਦੇਸ਼ ਗਿਆ 25 ਸਾਲ ਹੋ ਗਏ ਹਨ। ਪੁੱਤਰ ਧੀਆਂ ਵੀ ਉੱਥੇ ਹੀ ਜਨਮੇ ਹਨ। ਲੋਕਾਂ ਦੇ ਮੁੰਡੇ ਜਿਹੜੇ ਇੰਗਲੈਂਡ ਗਏ ਹਨ ਉਹਨਾਂ ਨੇ ਆਪਣੀਆਂ ਮਾਵਾਂ ਨੂੰ ਕਈ ਵਾਰ ਇੰਗਲੈਂਡ ਬੁਲਾਇਆ। ਮੈਂ ਤੈਨੂੰ ਜਨਮ ਦਿੱਤਾ, ਆਪਣਾ ਦੁੱਖ ਸਹਿ ਕੇ ਵੀ ਤੈਨੂੰ ਸੁੱਖ ਦੇਣ ਦੀ ਕੋਸ਼ਿਸ਼ ਕਰਦੀ ਰਹੀ, ਪਰੰਤੂ ਇੱਕ ਵਾਰ ਵੀ ਤੂੰ ਮੈਨੂੰ ਇੰਗਲੈਂਡ ਨਹੀਂ ਲੈ ਕੇ ਗਿਆ। ਹੁਣ ਤਾਂ ਗੁਆਂਢਣਾ ਵੀ ਮੈਨੂੰ ਮਿਹਣੇ ਮਾਰਦੀਆਂ ਹਨ ਕਿ ਤੇਰਾ ਪੁੱਤਰ ਤੈਨੂੰ ਇੰਗਲੈਂਡ ਨਹੀਂ ਲੈ ਕੇ ਜਾਂਦਾ। ਇਸ ਤੇ ਬਲਵੰਤ ਰਾਏ ਨੇ ਆਪਣੀ ਮਾਂ ਨੂੰ ਆਪਣੇ ਨਾਲ ਇੰਗਲੈਂਡ ਲੈ ਕੇ ਜਾਣ ਦਾ ਵਚਨ ਦਿੱਤਾ। ਅਗਲਾ ਪ੍ਰਸ਼ਨ, ਲੇਖਕ ਦੀ ਮਾਸੀ ਦਾ ਸੁਭਾਅ ਕਿਹੋ ਜਿਹਾ ਸੀ। ਲੇਖਕ ਅਨੁਸਾਰ ਉਸ ਦੀ ਮਾਸੀ ਦਾ ਸੁਭਾਅ ਬੜਾ ਮਿਲਾਪੜਾ ਤੇ ਮਿੱਠਾ ਸੀ। ਉਸ ਦੀ ਭਾਵਨਾ ਬਹੁਤ ਨੇਕ ਸੀ। ਉਹ ਹਮੇਸ਼ਾ ਕੰਮ ਕਰਦੇ ਰਹਿਣ ਵਿੱਚ ਵਿਸ਼ਵਾਸ ਕਰਦੀ ਸੀ। ਉਹ ਧਰਮਾਂ ਵਿੱਚ ਕੋਈ ਫਰਕ ਨਹੀਂ ਸੀ ਮੰਨਦੀ। ਮੰਦਰ ਅਤੇ ਗੁਰਦੁਆਰੇ ਪ੍ਰਤੀ ਉਸ ਦੇ ਮਨ ਵਿੱਚ ਇੱਕੋ ਜਿਹੀ ਸ਼ਰਧਾ ਭਾਵਨਾ ਸੀ। ਉਹ ਦੂਜਿਆਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਆਪਣਾ ਸੁਭਾਗ ਸਮਝਦੀ ਸੀ।
ਉਹ ਗੁਰਦੁਆਰੇ ਜਾ ਕੇ ਲੰਗਰ ਸੇਵਾ ਕਰਦੀ ਸੀ ਅਤੇ ਮੰਦਰ ਜਾ ਕੇ ਭਜਨ ਕੀਰਤਨ ਵੱਧ ਚੜ ਕੇ ਉਸ ਵਿੱਚ ਹਿੱਸਾ ਲੈਂਦੀ ਸੀ। ਅਗਲਾ ਪ੍ਰਸ਼ਨ, ਵਿਦੇਸ਼ ਵਿੱਚ ਰਹਿੰਦੇ ਭਾਰਤੀ ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤੀ ਕਿਹੋ ਜਿਹਾ ਵਤੀਰਾ ਹੈ? ਵਿਦੇਸ਼ ਵਿੱਚ ਰਹਿੰਦੇ ਭਾਰਤੀਆਂ ਦੇ ਬੱਚਿਆਂ ਦਾ ਆਪਣੇ ਭਾਰਤੀ ਸੱਭਿਅਤਾ ਤੋਂ ਅਣਜਾਣ ਵਤੀਰਾ ਹੁੰਦਾ ਹੈ। ਉਹ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ। ਉਹਨਾਂ ਵਿੱਚ ਆਪ ਹੁਦਰਾਪਣ ਜ਼ਿਆਦਾ ਹੁੰਦਾ ਹੈ। ਉਹ ਮਾਪਿਆਂ ਨਾਲ ਬੜਾ ਰੁੱਖਾ ਵਰਤਾਓ ਕਰਦੇ ਹਨ। ਉਹਨਾਂ ਦਾ ਭਾਰਤੀ ਸੱਭਿਆਚਾਰ, ਸਮਾਜਿਕ ਅਤੇ ਧਾਰਮਿਕ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਨਹੀਂ ਹੁੰਦਾ। ਉਹ ਪੱਛਮੀ ਸੱਭਿਅਤਾ ਦੇ ਰੰਗ ਵਿੱਚ ਰੰਗੇ ਹੁੰਦੇ ਹਨ। ਅਗਲਾ ਪ੍ਰਸ਼ਨ, ਮਾਸੀ ਵੱਲੋਂ ਅਜਿਹੀ ਕਿਹੜੀ ਗੱਲ ਕਹੀ ਗਈ ਜਿਸ ਨੇ ਲੇਖਕ ਨੂੰ ਕੀਲ ਲਿਆ? ਜਦੋਂ ਲੇਖਕ ਨੇ ਮਾਸੀ ਤੋਂ ਪੁੱਛਿਆ ਕਿ ਗੁਰਦੁਆਰੇ ਜਾਣਾ ਹੈ ਕਿ ਮੰਦਰ, ਤਾਂ ਮਾਸੀ ਨੇ ਦੋਵੇਂ ਥਾਵਾਂ ਜਾਣ ਦੀ ਇੱਛਾ ਪ੍ਰਗਟਾਈ। ਉਹ ਸਵੇਰ ਵੇਲੇ ਗੁਰਦੁਆਰਾ ਸਾਹਿਬ ਜਾਣ ਲਈ ਤਿਆਰ ਹੋ ਗਈ ਤੇ ਸੰਝ ਵੇਲੇ ਮਤਲਬ ਸ਼ਾਮ ਵੇਲੇ ਮੰਦਰ ਜਾਣ ਲਈ। ਮਾਸੀ ਲਈ ਗੁਰਦੁਆਰੇ ਤੇ ਮੰਦਰ ਵਿੱਚ ਕੋਈ ਫਰਕ ਨਹੀਂ ਸੀ। ਉਹ ਕਹਿੰਦੀ ਸੀ ਕਿ ਫਰਕ ਦੀ ਬਿਮਾਰੀ ਤਾਂ ਹੁਣੇ ਚੱਲੀ ਹੈ। ਪਹਿਲਾਂ ਇੱਕ ਹਿੰਦੂ ਪਰਿਵਾਰ ਆਪਣੇ ਇੱਕ ਬੱਚੇ ਨੂੰ ਸਿੱਖ ਜ਼ਰੂਰ ਬਣਾਉਂਦਾ ਸੀ। ਹਿੰਦੂਆਂ ਨੂੰ ਗੁਰਦੁਆਰੇ ਪ੍ਰਤੀ ਬੜੀ ਸ਼ਰਧਾ ਹੁੰਦੀ ਸੀ। ਮਾਸੀ ਦੇ ਹਿਰਦੇ ਵਿੱਚ ਛੁਪੀ ਇਸ ਨੇਕ ਭਾਵਨਾ ਨੇ ਲੇਖਕ ਨੂੰ ਕੀਲ ਲਿਆ ਸੀ। ਅਗਲਾ ਪ੍ਰਸ਼ਨ, ਮਾਸੀ ਨੇ ਲੇਖਕ ਨੂੰ ਮੜੀਆਂ ਸਿਵਿਆਂ ਵਰਗੇ ਨਿਸ਼ੈ ਬੋਲ ਬੋਲਣ ਤੋਂ ਕਿਉਂ ਵਰਜਿਆ ਸੀ? ਮਾਸੀ ਕਹਿੰਦੀ ਸੀ ਕਿ ਲੇਖਕ ਦਾ ਪਰਿਵਾਰ ਬਹੁਤ ਖੁਸ਼ ਤੇ ਸੁਖੀ ਹੈ। ਉਸ ਦੇ ਪੁੱਤਰ ਨੂੰ ਅਤੇ ਪੁੱਤਰੀ ਵੀ ਸੀ ਅਤੇ ਉਹ ਮਿਲ ਕੇ ਇੰਗਲੈਂਡ ਵਰਗੇ ਸਵਰਗ ਵਿੱਚ ਰਹਿ ਰਹੇ ਸਨ। ਮਤਲਬ ਸਾਰੇ ਸੁਖ ਮਾਣ ਰਹੇ ਸਨ। ਪਰਿਵਾਰ ਵੀ ਭਰਪੂਰ ਸੀ, ਸੁਖੀ ਸੀ। ਇਸ ਕਰਕੇ ਉਹ ਮੜੀਆਂ ਸੀਵਿਆਂ ਵਰਗੇ ਨਿਸ਼ੈ ਬੋਲ ਬੋਲਣ ਤੋਂ ਰੋਕ ਰਹੀ ਸੀ। ਅਗਲਾ ਪ੍ਰਸ਼ਨ, ਮੈਂ ਆਖਨੀ ਆ ਬੰਤ ਬੇਟਾ, ਆ ਇੰਡੀਆ ਤੋਂ ਤੇਰੇ ਬਾਊ ਜੀ ਦੀ ਚਿੱਠੀ ਆਈ ਹੈ, ਨਾਲੇ ਤੇਰੇ ਭੈਣ ਦੀ ਵੀ ਚਿੱਠੀ। ਮਾਸੀ ਨੇ ਇਹ ਸ਼ਬਦ ਲੇਖਕ ਨੂੰ ਕਿਉਂ ਕਹੇ? ਮਾਸੀ ਨੇ ਇੰਗਲੈਂਡ ਵਿੱਚ ਕੁਝ ਦਿਨ ਰਹਿ ਕੇ ਇਹ ਜਾਣ ਲਿਆ ਸੀ ਕਿ ਉੱਥੇ ਕਿਸੇ ਕੋਲ ਇੰਨਾ ਵੇਲ ਨਹੀਂ ਕਿ ਕਿਸੇ ਨਾਲ ਦੋ ਘੜੀਆਂ ਦੁੱਖ ਸੁੱਖ ਦੀਆਂ ਗੱਲਾਂ ਕਰ ਲੈਣ। ਸਭ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਹੋਏ ਸਨ। ਕੋਈ ਕਿਸੇ ਨੂੰ ਕੁਝ ਨਹੀਂ ਸੀ ਕਹਿੰਦਾ। ਦੂਰ ਇੰਡੀਆ ਤੋਂ ਰਿਸ਼ਤੇਦਾਰਾਂ ਦੀ ਆਈ ਚਿੱਠੀ ਪੜ੍ਹਨ ਜਾਂ ਉਸ ਦਾ ਜਵਾਬ ਦੇਣ ਲਈ ਕਿਸੇ ਕੋਲ ਵੀ ਵਕਤ ਨਹੀਂ ਸੀ ਹੁੰਦਾ। ਉਹ ਇਸ ਗੱਲੋਂ ਵੀ ਦੁਖੀ ਸੀ ਕਿ ਉਸ ਦਾ ਆਪਣਾ ਪੁੱਤਰ ਬਲਵੰਤ ਰਾਏ ਵੀ ਇੰਗਲੈਂਡ ਵਿੱਚ ਰਹਿ ਕੇ ਉਸ ਤਰ੍ਹਾਂ ਦੇ ਸੁਭਾਅ ਦਾ ਰੁੱਖਾ ਹੋ ਗਿਆ ਸੀ। ਅਗਲਾ ਪ੍ਰਸ਼ਨ, ਮਾਸੀ ਇੰਗਲੈਂਡ ਤੋਂ ਇੰਡੀਆ ਨੂੰ ਮੁੜ ਕਿਉਂ ਪਰਤ ਆਉਣਾ ਚਾਹੁੰਦੀ ਹੈ? ਇੰਗਲੈਂਡ ਵਿੱਚ ਭਾਵੇਂ ਮਾਸੀ ਨੂੰ ਹਰ ਪ੍ਰਕਾਰ ਦਾ ਸੁੱਖ ਆਰਾਮ ਮਿਲ ਰਿਹਾ ਸੀ, ਫਿਰ ਵੀ ਉਸ ਨੂੰ ਪਰਿਵਾਰ ਦੇ ਮੈਂਬਰਾਂ ਦੇ ਆਪਸੀ ਸਾਂਝ ਨਾ ਹੋਣ ਅਤੇ ਉੱਥੋਂ ਦੇ ਲੋਕਾਂ ਦਾ ਰੁੱਖਾਪਣ ਬੁਰਾ ਲੱਗਦਾ ਸੀ। ਉਸ ਦੇ ਨੂੰਹ ਪੁੱਤਰ ਉਸ ਨਾਲ ਗੱਲਾਂ ਨਹੀਂ ਸੀ ਕਰਦੇ। ਉਹਨਾਂ ਕੋਲ ਕੋਈ ਸਮਾਂ ਨਹੀਂ ਸੀ ਉਸ ਨਾਲ ਗੱਲਾਂ ਕਰਨ ਦਾ। ਉਸ ਦਾ ਪੋਤਰਾ ਤੇ ਪੁੱਤਰੀ ਮਾਂ-ਬਾਪ ਦੇ ਕਹਿਣੇ ਤੋਂ ਬਾਹਰ ਸਨ। ਵੱਡੀ ਪੋਤਰੀ ਦਾ ਸੁਭਾਅ ਭਾਵੇਂ ਚੰਗਾ ਸੀ, ਪਰ ਉਹ ਪੰਜਾਬੀ ਨਹੀਂ ਸੀ ਬੋਲ ਸਕਦੀ ਤੇ ਨਾ ਹੀ ਸਮਝ ਸਕਦੀ ਸੀ। ਇਸ ਲਈ ਉਹ ਵੀ ਮਾਸੀ ਨਾਲ ਗੱਲਬਾਤ ਨਹੀਂ ਸੀ ਕਰ ਸਕਦੀ। ਮਾਸੀ ਇੱਥੇ ਇਕੱਲਾਪਣ ਮਹਿਸੂਸ ਕਰਦੀ ਸੀ। ਉਹ ਮੁੜ ਇੰਡੀਆ ਪਰਤ ਜਾਣ ਲਈ ਲੇਖਕ ਨੂੰ ਕਹਿਣ ਲੱਗੀ ਕਿ ਉਹ ਛੇਤੀ ਬਲਵੰਤ ਰਾਏ ਨੂੰ ਕਹਿ ਕੇ ਇੰਡੀਆ ਭੇਜਣ ਦਾ ਪ੍ਰਬੰਧ ਕਰੇ। ਸੋ ਬੱਚਿਓ, ਇਹ ਸੀ ਕਹਾਣੀ ਦਾ ਸਾਰ ਅਤੇ ਪ੍ਰਸ਼ਨ ਉੱਤਰ। ਹੁਣ ਆਪਾਂ ਤੁਹਾਡੇ ਨਾਲ ਬਹੁਤ ਹੀ ਛੋਟੇ ਪ੍ਰਸ਼ਨ ਉੱਤਰ, ਸੰਖੇਪ ਪ੍ਰਸ਼ਨ ਉੱਤਰ ਸਾਂਝੇ ਕਰਾਂਗੇ ਤਾਂ ਜੋ ਚੰਗੀ ਤਰ੍ਹਾਂ ਤੁਹਾਨੂੰ ਕਹਾਣੀ ਸਮਝ ਆ ਜਾਵੇ। ਮੜੀਆਂ ਤੋਂ ਦੂਰ ਕਹਾਣੀ ਦੇ ਲੇਖਕ ਦਾ ਨਾਂ ਰਘੁਬੀਰ ਢੰਡ। ਲੇਖਕ ਕਿੱਥੇ ਰਹਿੰਦਾ ਸੀ? ਇੰਗਲੈਂਡ ਵਿੱਚ। ਮਾਸੀ ਦੇ ਪੁੱਤਰ ਬਲਵੰਤ ਰਾਏ ਨੂੰ ਇੰਗਲੈਂਡ ਰਹਿੰਦਿਆਂ ਕਿੰਨੇ ਸਾਲ ਹੋ ਗਏ ਸਨ? 25 ਸਾਲ। ਬਲਵੰਤ ਰਾਏ ਦੇ ਕਿੰਨੇ ਬੱਚੇ ਸਨ? 3 ਬੱਚੇ ਸਨ। ਇੰਡੀਆ ਆਏ ਬਲਵੰਤ ਰਾਏ ਨੂੰ ਮਾਸੀ ਨੇ ਕੀ ਆਖਿਆ? ਇੰਗਲੈਂਡ ਤੋਂ ਆਏ ਆਪਣੇ ਪੁੱਤਰ ਨੂੰ ਮਾਸੀ ਨੇ ਬਹੁਤ ਗਿਲੇ ਸ਼ਿਕਵੇ ਕੀਤੇ ਕਿ ਉਸ ਨੂੰ ਇੰਗਲੈਂਡ ਗਏ ਨੂੰ 25 ਸਾਲ ਹੋ ਗਏ ਹਨ, ਪਰ ਉਸਨੇ ਇੱਕ ਵਾਰ ਵੀ ਮਾਸੀ ਨੂੰ ਇੰਗਲੈਂਡ ਨਹੀਂ ਵਿਖਾਇਆ। ਲੇਖਕ ਨੂੰ ਮਾਸੀ ਪਹਿਲਾਂ ਕਦੋਂ ਮਿਲੀ ਸੀ? ਜਦ ਲੇਖਕ ਨੇ ਬਲਵੰਤ ਰਾਏ ਨੂੰ ਪਰਿਵਾਰ ਸਮੇਤ ਐਤਵਾਰ ਵਾਲੇ ਦਿਨ ਖਾਣੇ ਤੇ ਬੁਲਾਇਆ ਸੀ। ਲੇਖਕ ਅਨੁਸਾਰ ਬਲਵੰਤ ਦਾ ਸੁਭਾਅ ਕਿਹੋ ਜਿਹਾ ਸੀ? ਲੇਖਕ ਅਨੁਸਾਰ ਬਲਵੰਤ ਸੱਚੇ ਤੇ ਸਪਸ਼ਟ ਸੁਭਾਅ ਦਾ ਮਾਲਕ ਸੀ। ਮਾਸੀ ਦਾ ਸੁਭਾਅ ਕਿਹੋ ਜਿਹਾ ਸੀ? ਮਾਸੀ ਦਾ ਸੁਭਾਅ ਮਿੱਠਾ ਅਤੇ ਮਿਲਾਪੜਾ ਸੀ।
ਮਾਸੀ ਨੇ ਗੁਰਦੁਆਰੇ ਤੇ ਮੰਦਰ ਜਾ ਕੇ ਕੀ ਕੀਤਾ? ਮਾਸੀ ਨੇ ਗੁਰਦੁਆਰੇ ਜਾ ਕੇ ਲੰਗਰ ਦੀ ਸੇਵਾ ਕੀਤੀ ਤੇ ਮੰਦਰ ਦੇ ਵਿੱਚ ਜਾ ਕੇ ਭਜਨ ਕੀਰਤਨ ਕੀਤਾ। ਮਾਸੀ ਇੰਗਲੈਂਡ ਵਿੱਚ ਜਾ ਕੇ ਉੱਥੋਂ ਦੀ ਕਿਹੜੀ ਗੱਲ ਤੋਂ ਮਤਲਬ ਪ੍ਰਭਾਵਿਤ ਹੋਈ ਸੀ? ਇੰਗਲੈਂਡ ਦੀ ਸਾਫ਼ ਸਫਾਈ, ਲੋਕਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਤੋਂ ਮਾਸੀ ਬਹੁਤ ਪ੍ਰਭਾਵਿਤ ਹੋਈ ਸੀ। ਲੇਖਕ ਦਾ ਪਰਿਵਾਰ ਕਿਹੋ ਜਿਹਾ ਸੀ? ਲੇਖਕ ਦਾ ਪਰਿਵਾਰ ਸੁਖੀ ਪਰਿਵਾਰ ਸੀ। ਮਾਸੀ ਅਨੁਸਾਰ ਭਾਰਤ ਦੇ ਲੋਕਾਂ ਵਿੱਚ ਕੀ ਤਬਦੀਲੀ ਆਈ ਹੈ? ਮਾਸੀ ਅਨੁਸਾਰ ਭਾਰਤ ਦੇ ਲੋਕ ਹੁਣ ਪਹਿਲਾਂ ਵਰਗੇ ਮਿਲਣਸਾਰ ਨਹੀਂ ਰਹੇ। ਭਾਰਤ ਦੇ ਕਿਹੜੇ ਸ਼ਹਿਰ ਵਿੱਚ ਗੁਆਂਢੀਆਂ ਦੀ ਆਪਸ ਵਿੱਚ ਸਾਂਝ ਨਹੀਂ ਹੈ? ਚੰਡੀਗੜ੍ਹ ਵਿੱਚ ਇੱਕ ਗੁਆਂਢੀ ਦੀ ਦੂਜੇ ਗੁਆਂਢੀ ਨਾਲ ਕੋਈ ਸਾਂਝ ਨਹੀਂ ਹੈ। ਮਾਸੀ ਆਪਣੇ ਪੁੱਤਰ ਨੂੰ ਦੀ ਕਿਸ ਗੱਲ ਤੋਂ ਪਰੇਸ਼ਾਨ ਹੈ? ਕਿਉਂਕਿ ਉਸ ਦੇ ਪੁੱਤਰ ਨੂੰ ਕੋਲ ਉਸ ਨਾਲ ਗੱਲਾਂ ਕਰਨ ਦਾ ਕੋਈ ਵੀ ਸਮਾਂ ਨਹੀਂ ਹੈ। ਲੇਖਕ ਅਨੁਸਾਰ ਮਾਸੀ ਦੀ ਪਰੇਸ਼ਾਨੀ ਦਾ ਮੁੱਖ ਕਾਰਨ ਕੀ ਸੀ? ਲੇਖਕ ਅਨੁਸਾਰ ਮਾਸੀ ਦੀ ਇਕੱਲਤਾ ਉਸ ਦੀ ਪਰੇਸ਼ਾਨੀ ਦਾ ਵੱਡਾ ਸਬੱਬ ਸੀ। ਰਘੁਬੀਰ ਢੰਡ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਰਘੁਬੀਰ ਢੰਡ ਦਾ ਜਨਮ 1 ਨਵੰਬਰ 1934 ਈਸਵੀ ਨੂੰ ਪਿੰਡ ਜੰਡਾਲੀ ਕਲਾਂ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਰਘੁਬੀਰ ਢੰਗ ਨੇ ਕਿਸ ਵਿਸ਼ੇ ਵਿੱਚ ਐਮਏ ਕੀਤੀ? ਇਤਿਹਾਸ ਦੀ। ਲੇਖਕ ਦੀਆਂ ਕਹਾਣੀਆਂ ਦਾ ਮੁੱਖ ਵਿਸ਼ਾ ਕਿਹੜਾ ਹੈ? ਵਿਦੇਸ਼ਾਂ ਵਿੱਚ ਵਸਦੇ ਪੰਜਾਬੀ। ਸੋ ਬੱਚਿਓ, ਇਹ ਸੀ ਕਹਾਣੀ ਮੜੀਆਂ ਤੋਂ ਦੂਰ ਦਾ ਸਾਰ ਅਤੇ ਪ੍ਰਸ਼ਨ ਉੱਤਰ। ਉਮੀਦ ਹੈ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।